मेरे प्यारे देशवासियों, नमस्कार। देश विदेश ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਦਿਨ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਅਤੇ ਖੇੜੇ ਦਾ ਦਿਨ ਹੈ। ਇਸ ਸਾਲ ਦੇ ਆਜ਼ਾਦੀ ਦਿਵਸ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸੇ ਵਰ੍ਹੇ ਤੋਂ ਅਸੀਂ ਸਾਰੇ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਇਸ ਇਤਿਹਾਸਕ ਮੌਕੇ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਆਜ਼ਾਦੀ ਦਿਵਸ ਸਾਡੇ ਲਈ ਗੁਲਾਮੀ ਤੋਂ ਮੁਕਤੀ ਦਾ ਤਿਉਹਾਰ ਹੈ। ਕਈ ਪੀੜ੍ਹੀਆਂ ਦੇ ਜਾਣੇ ਅਤੇ ਅਣਜਾਣੇ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨਾਲ ਸਾਡੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ ਸੀ। ਉਹਨਾਂ ਸਾਰਿਆਂ ਨੇ ਤਿਆਗ ਅਤੇ ਕੁਰਬਾਨੀ ਦੇ ਅਨੂਠੇ ਉਦਾਹਰਣ ਪੇਸ਼ ਕੀਤੇ। ਉਹਨਾਂ ਦੀ ਬਹਾਦਰੀ ਦੇ ਸਦਕਾ ਹੀ ਅੱਜ ਅਸੀਂ ਸਾਰੇ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਮੈਂ ਉਹਨਾਂ ਸਾਰੇ ਅਮਰ ਸੈਨਾਨੀਆਂ ਦੀ ਪਵਿੱਤਰ ਯਾਦ ਨੂੰ ਸ਼ਰਧਾਪੂਰਵਕ ਸਿਜਦਾ ਕਰਦਾ ਹਾਂ। ਅਨੇਕਾਂ ਦੇਸ਼ਾਂ ਵਾਂਗ ਸਾਡੇ ਰਾਸ਼ਟਰ ਨੂੰ ਵੀ ਵਿਦੇਸ਼ੀ ਹਕੂਮਤ ਦੌਰਾਨ ਬਹੁਤ ਬੇਇਨਸਾਫੀ ਅਤੇ ਅਤਿਆਚਾਰ ਸਹਿਣੇ ਪਏ, ਪਰ ਭਾਰਤ ਦੀ ਵਿਸ਼ੇਸ਼ਤਾ ਇਹ ਸੀ ਕਿ ਗਾਂਧੀ ਜੀ ਦੀ ਅਗਵਾਈ ਵਿੱਚ ਸਾਡਾ ਆਜ਼ਾਦੀ ਅੰਦੋਲਨ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਉੱਪਰ ਆਧਾਰਿਤ ਰਿਹਾ। ਉਹਨਾਂ ਨੇ ਤੇ ਹੋਰ ਸਾਰੇ ਰਾਸ਼ਟਰ ਨਾਇਕਾਂ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਮੁਕਤ ਕਰਾਉਣ ਦਾ ਰਸਤਾ ਤਾਂ ਦਿਖਾਇਆ ਹੀ, ਨਾਲ ਹੀ ਰਾਸ਼ਟਰ ਦੇ ਮੁੜ ਨਿਰਮਾਣ ਦੀ ਰੂਪਰੇਖਾ ਵੀ ਪੇਸ਼ ਕੀਤੀ। ਉਹਨਾਂ ਨੇ ਭਾਰਤੀ ਜੀਵਨ ਕਦਰਾਂ ਕੀਮਤਾਂ ਤੇ ਮਨੁੱਖੀ ਗਰਿਮਾ ਨੂੰ ਮੁੜ ਸਥਾਪਿਤ ਕਰਨ ਲਈ ਭਰਪੂਰ ਯਤਨ ਕੀਤੇ। ਆਪਣੇ ਗਣਤੰਤਰ ਦੇ ਪਿਛਲੇ 75 ਵਰ੍ਹਿਆਂ ਦੇ ਸਫ਼ਰ ਉੱਪਰ ਜਦ ਅਸੀਂ ਝਾਤ ਮਾਰਦੇ ਹਾਂ ਤਾਂ ਸਾਨੂੰ ਇਹ ਮਾਣ ਮਹਿਸੂਸ ਹੁੰਦਾ ਏ ਕਿ ਅਸੀਂ ਆਜ਼ਾਦੀ ਦੇ ਰਸਤੇ ਉੱਪਰ ਕਾਫੀ ਲੰਬਾ ਪੈਂਡਾ ਤੈਅ ਕਰ ਲਿਆ ਏ। ਗਾਂਧੀ ਜੀ ਨੇ ਸਾਨੂੰ ਇਹ ਸਿਖਾਇਆ ਕਿ ਗਲਤ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਪੁੱਟਣ ਦੀ ਬਜਾਏ ਚੰਗਾ ਏ ਕਿ ਸਹੀ ਦਿਸ਼ਾ ਵਿੱਚ ਧੀਮੇ ਸਹੀ ਪਰ ਸੰਭਲੇ ਹੋਏ ਕਦਮਾਂ ਨਾਲ ਅੱਗੇ ਵਧਿਆ ਜਾਵੇ। ਅਨੇਕਾਂ ਪਰੰਪਰਾਵਾਂ ਵਿੱਚ ਖੁਸ਼ਹਾਲ ਭਾਰਤ ਦੇ ਸਭ ਤੋਂ ਵੱਡੇ ਅਤੇ ਜੀਵੰਤ ਲੋਕਤੰਤਰ ਦੀ ਅਨੋਖੀ ਸਫਲਤਾ ਨੂੰ ਵਿਸ਼ਵ ਭਾਈਚਾਰਾ ਸਨਮਾਨ ਨਾਲ ਵੇਖਦਾ ਏ। ਪਿਆਰੇ ਦੇਸ਼ਵਾਸੀਓ, ਹਾਲ ਹੀ ਵਿੱਚ ਖਤਮ ਟੋਕੀਓ ਓਲੰਪਿਕ ਵਿੱਚ ਸਾਡੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਏ। ਭਾਰਤ ਨੇ ਓਲੰਪਿਕ ਖੇਡਾਂ ਵਿੱਚ ਆਪਣੀ ਭਾਗੀਦਾਰੀ ਦੇ 121 ਸਾਲਾਂ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਦਾ ਇਤਿਹਾਸ ਰਚਿਆ ਏ। ਸਾਡੀਆਂ ਬੇਟੀਆਂ ਨੇ ਅਨੇਕਾਂ ਔਕੜਾਂ ਨੂੰ ਪਾਰ ਕਰਦੇ ਹੋਏ ਖੇਡ ਦੇ ਮੈਦਾਨਾਂ ਵਿੱਚ ਵਿਸ਼ਵ ਪੱਧਰ ਦੀ ਮੁਹਾਰਤ ਹਾਸਲ ਕੀਤੀ ਏ। ਖੇਡਾਂ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਤੇ ਸਫਲਤਾ ਵਿੱਚ ਯੁੱਗ ਨਿਰਮਾਣਕਾਰੀ ਪਰਿਵਰਤਨ ਹੋ ਰਹੇ ਨੇ। ਉੱਚ ਸਿੱਖਿਆ ਸੰਸਥਾਨਾਂ ਤੋਂ ਲੈ ਕੇ ਹਥਿਆਰਬੰਦ ਸੈਨਾਵਾਂ ਤੱਕ, ਲੈਬੋਰਟਰੀਆਂ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ ਸਾਡੀਆਂ ਬੇਟੀਆਂ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਨੇ। ਬੇਟੀਆਂ ਦੀ ਇਸ ਕਾਮਯਾਬੀ ਵਿੱਚ ਮੈਨੂੰ ਭਵਿੱਖ ਦੇ ਵਿਕਸਿਤ ਭਾਰਤ ਦੀ ਝਲਕ ਦਿਖਾਈ ਦਿੰਦੀ ਏ। ਮੈਂ ਹਰ ਮਾਤਾ ਪਿਤਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਹੋਣਹਾਰ ਬੇਟੀਆਂ ਦੇ ਪਰਿਵਾਰਾਂ ਤੋਂ ਸਿੱਖਿਆ ਲੈ ਕੇ ਆਪਣੀਆਂ ਬੇਟੀਆਂ ਨੂੰ ਵੀ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ। ਪਿਛਲੇ ਸਾਲ ਵਾਂਗ ਮਹਾਮਾਰੀ ਵਜੋਂ ਇਸ ਸਾਲ ਵੀ ਆਜ਼ਾਦੀ ਦਿਵਸ ਸਮਾਰੋਹ ਵੱਡੇ ਪੱਧਰ ਤੇ ਨਹੀਂ ਮਨਾਏ ਜਾ ਸਕਣਗੇ, ਪਰ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹਰ ਵੇਲੇ ਭਰਪੂਰ ਉਤਸ਼ਾਹ ਬਣਿਆ ਹੋਇਆ ਏ। ਭਾਵੇਂ ਕਿ ਮਹਾਮਾਰੀ ਪ੍ਰਕੋਪ ਵਿੱਚ ਕਮੀ ਆਈ ਏ, ਪਰ ਕੋਰੋਨਾ ਵਾਇਰਸ ਦਾ ਪ੍ਰਭਾਵ ਅਜੇ ਖਤਮ ਨਹੀਂ ਹੋਇਆ ਏ। ਇਸ ਸਾਲ ਆਈ ਮਹਾਮਾਰੀ ਦੀ ਦੂਜੀ ਲਹਿਰ ਦੇ ਵਿਨਾਸ਼ਕਾਰੀ ਅਸਰ ਤੋਂ ਅਸੀਂ ਅਜੇ ਤੱਕ ਉੱਭਰ ਨਹੀਂ ਪਾਏ ਹਾਂ। ਪਿਛਲੇ ਵਰ੍ਹੇ ਸਾਰੇ ਲੋਕਾਂ ਦੇ ਅਸਧਾਰਨ ਯਤਨਾਂ ਦੇ ਬਲ ਉੱਪਰ ਅਸੀਂ ਸੰਕਰਮਣ ਦੇ ਪਸਾਰ 'ਤੇ ਕਾਬੂ ਪਾਉਣ ਵਿੱਚ ਸਫਲ ਰਹੇ ਸੀ। ਸਾਡੇ ਵਿਗਿਆਨਕਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਵੈਕਸੀਨ ਤਿਆਰ ਕਰਨ ਦਾ ਔਖਾ ਕੰਮ ਸੰਪੰਨ ਕਰ ਲਿਆ। ਇਸ ਲਈ ਇਸ ਸਾਲ ਦੇ ਸ਼ੁਰੂ ਤੋਂ ਹੀ ਅਸੀਂ ਸਾਰੇ ਵਿਸ਼ਵਾਸ ਨਾਲ ਭਰੇ ਹੋਏ ਸੀ, ਕਿਉਂਕਿ ਅਸੀਂ ਇਤਿਹਾਸ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਸੀ। ਫਿਰ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਅਤੇ ਹੋਰ ਆਸ ਤੋਂ ਉਲਟ ਕਾਰਨਾਂ ਸਦਕਾ ਸਾਨੂੰ ਦੂਜੀ ਲਹਿਰ ਦਾ ਡਰਾਉਣਾ ਪ੍ਰਕੋਪ ਝੱਲਣਾ ਪਿਆ। ਮੈਨੂੰ ਇਸ ਗੱਲ ਦਾ ਡੂੰਘਾ ਦੁੱਖ ਹੈ ਕਿ ਦੂਜੀ ਲਹਿਰ ਵਿੱਚ ਵਧੇਰੇ ਲੋਕਾਂ ਦੀ ਜੀਵਨ ਰੱਖਿਆ
नहीं की जा सकी ਤੇ ਬਹੁਤ ਲੋਕਾਂ ਨੂੰ ਭਾਰੀ ਕਸ਼ਟ ਸਹਿਣੇ ਪਏ। ਇਹ ਬੇਮਿਸਾਲ ਸੰਕਟ ਦਾ ਸਮਾਂ ਸੀ। ਮੈਂ ਪੂਰੇ ਦੇਸ਼ ਵੱਲੋਂ ਸਾਰੇ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਬਰਾਬਰ ਦਾ ਭਾਗੀਦਾਰ ਹਾਂ। ਇਹ ਵਾਇਰਸ ਇੱਕ ਨਾ ਨਜ਼ਰ ਆਉਣ ਵਾਲਾ ਤਾਕਤਵਰ ਦੁਸ਼ਮਣ ਹੈ ਜਿਸ ਦਾ ਵਿਗਿਆਨ ਰਾਹੀਂ ਸ਼ਲਾਘਾਯੋਗ ਗਤੀ ਨਾਲ ਸਾਹਮਣਾ ਕੀਤਾ ਜਾ ਰਿਹਾ ਹੈ। ਸਾਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਇਸ ਮਹਾਮਾਰੀ ਵਿੱਚ ਅਸੀਂ ਜਿੰਨੇ ਲੋਕਾਂ ਦੀ ਜਾਨ ਗਵਾਈ ਹੈ ਉਸ ਤੋਂ ਵੱਧ ਲੋਕਾਂ ਦੇ ਜੀਵਨ ਦੀ ਰੱਖਿਆ ਕਰ ਸਕੇ ਹਾਂ। ਇਸ ਵਾਰ ਫਿਰ ਅਸੀਂ ਆਪਣੇ ਸਮੂਹਿਕ ਸੰਕਲਪ ਦੇ ਬਲ ਉੱਪਰ ਹੀ ਦੂਜੀ ਲਹਿਰ ਵਿੱਚ ਕਮੀ ਵੇਖ ਪਾ ਰਹੇ ਹਾਂ। ਹਰ ਤਰ੍ਹਾਂ ਦੇ ਜੋਖਮ ਚੁੱਕਦੇ ਹੋਏ ਸਾਡੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪ੍ਰਸ਼ਾਸਕਾਂ ਅਤੇ ਹੋਰ ਕੋਰੋਨਾ ਯੋਧਿਆਂ ਦੇ ਯਤਨ ਨਾਲ ਕੋਰੋਨਾ ਦੀ ਦੂਜੀ ਲਹਿਰ ਉੱਪਰ ਕਾਬੂ ਪਾਇਆ ਜਾ ਰਿਹਾ ਹੈ। ਕੋਵਿਡ ਦੀ ਦੂਜੀ ਲਹਿਰ ਨਾਲ ਸਾਡੀਆਂ ਜਨਤਕ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਉੱਪਰ ਬਹੁਤ ਦਬਾਅ ਪਿਆ ਹੈ। ਸੱਚ ਤਾਂ ਇਹ ਹੈ ਕਿ ਵਿਕਸਿਤ ਅਰਥਚਾਰਿਆਂ ਸਮੇਤ ਕਿਸੇ ਵੀ ਦੇਸ਼ ਦਾ ਬੁਨਿਆਦੀ ਢਾਂਚਾ ਇਸ ਖਤਰਨਾਕ ਸੰਕਟ ਦਾ ਟਾਕਰਾ ਕਰਨ ਦੇ ਸਮਰੱਥ ਸਾਬਤ ਨਹੀਂ ਹੋਇਆ। ਅਸੀਂ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਜੰਗੀ ਪੱਧਰ ਤੇ ਯਤਨ ਕੀਤੇ। ਦੇਸ਼ ਦੀ ਲੀਡਰਸ਼ਿਪ ਨੇ ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕੀਤਾ। ਕੇਂਦਰ ਸਰਕਾਰ ਦੇ ਯਤਨਾਂ ਦੇ ਨਾਲ ਰਾਜ ਸਰਕਾਰਾਂ, ਨਿੱਜੀ ਖੇਤਰ ਦੀਆਂ ਸਿਹਤ ਸਹੂਲਤਾਂ, ਗੈਰ ਸਰਕਾਰੀ ਸੰਗਠਨਾਂ ਤੇ ਹੋਰਨਾਂ ਸਮੂਹਾਂ ਨੇ ਸਰਗਰਮ ਯੋਗਦਾਨ ਪਾਇਆ। ਇਸ ਅਸਧਾਰਨ ਅਭਿਆਨ ਵਿੱਚ ਕਈ ਦੇਸ਼ਾਂ ਨੇ ਉਦਾਰਤਾ ਨਾਲ ਜ਼ਰੂਰੀ ਵਸਤਾਂ ਉਸੇ ਤਰ੍ਹਾਂ ਸਾਂਝਾ ਕੀਤੀਆਂ ਜਿਵੇਂ ਭਾਰਤ ਨੇ ਬਹੁਤ ਸਾਰੇ ਦੇਸ਼ਾਂ ਨੂੰ ਦਵਾਈਆਂ, ਉਪਕਰਣ ਅਤੇ ਵੈਕਸੀਨ ਮੁਹੱਈਆ ਕਰਾਈ ਸੀ। ਇਸ ਮਦਦ ਵਾਸਤੇ ਮੈਂ ਵਿਸ਼ਵ ਭਾਈਚਾਰੇ ਦਾ ਅਹਿਸਾਨ ਪ੍ਰਗਟ ਕਰਦਾ ਹਾਂ। ਇਹਨਾਂ ਸਾਰੇ ਯਤਨਾਂ ਦੇ ਫਲਸਰੂਪ ਕਾਫੀ ਹੱਦ ਤੱਕ ਆਮ ਵਰਗੇ ਹਾਲਾਤ ਬਹਾਲ ਹੋ ਗਏ ਨੇ ਤੇ ਸਾਡੇ ਜ਼ਿਆਦਾਤਰ ਦੇਸ਼ਵਾਸੀ ਰਾਹਤ ਦਾ ਸਾਹ ਲੈ ਰਹੇ ਨੇ। ਹੁਣ ਤੱਕ ਦੇ ਨਤੀਜਿਆਂ ਤੋਂ ਇਹ ਸਿੱਖਣ ਨੂੰ ਮਿਲਿਆ ਏ ਕਿ ਅਜੇ ਸਾਨੂੰ ਸਾਰਿਆਂ ਨੂੰ ਲਗਾਤਾਰ ਸਾਵਧਾਨੀ ਵਰਤਣ ਦੀ ਲੋੜ ਏ। ਇਸ ਵੇਲੇ ਵੈਕਸੀਨ ਸਾਡੇ ਸਾਰਿਆਂ ਲਈ ਵਿਗਿਆਨ ਦੁਆਰਾ ਮੁਹੱਈਆ ਕਰਵਾਇਆ ਗਿਆ ਸਰਵੋਤਮ ਸੁਰੱਖਿਆ ਕਵਚ ਏ। ਸਾਡੇ ਦੇਸ਼ ਵਿੱਚ ਚੱਲ ਰਹੀ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੇਠ ਹੁਣ ਤੱਕ 50 ਕਰੋੜ ਤੋਂ ਵੱਧ ਦੇਸ਼ਵਾਸੀਆਂ ਨੂੰ ਵੈਕਸੀਨ ਲੱਗ ਚੁੱਕੀ ਏ। ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪ੍ਰੋਟੋਕਾਲ ਦੇ ਮੁਤਾਬਕ ਜਲਦੀ ਤੋਂ ਜਲਦੀ ਵੈਕਸੀਨ ਲਗਵਾਉਣ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ। ਮੇਰੇ ਪਿਆਰੇ ਦੇਸ਼ਵਾਸੀਓ, ਇਸ ਮਹਾਮਾਰੀ ਦਾ ਅਸਰ ਅਰਥਚਾਰੇ ਲਈ ਵੀ ਓਨਾ ਹੀ ਵਿਨਾਸ਼ਕਾਰੀ ਏ ਜਿੰਨਾ ਲੋਕਾਂ ਦੀ ਸਿਹਤ ਵਾਸਤੇ ਹੈ। ਸਰਕਾਰ ਗਰੀਬ ਅਤੇ ਹੇਠਲੇ ਮੱਧਮ ਵਰਗ ਦੇ ਲੋਕਾਂ ਦੇ ਨਾਲ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਦੀਆਂ ਸਮੱਸਿਆਵਾਂ ਦੇ ਪ੍ਰਤੀ ਵੀ ਚਿੰਤਤ ਰਹੀ ਏ। ਸਰਕਾਰ ਉਹਨਾਂ ਮਜ਼ਦੂਰਾਂ ਤੇ ਉਦਮੀਆਂ ਦੀਆਂ ਜ਼ਰੂਰਤਾਂ ਪ੍ਰਤੀ ਵੀ ਸੰਵੇਦਨਸ਼ੀਲ ਰਹੀ ਜਿਨ੍ਹਾਂ ਨੂੰ ਲੋਕਡਾਊਨ ਅਤੇ ਆਵਾਜਾਈ ਤੇ ਪਾਬੰਦੀਆਂ ਕਾਰਨ ਔਕੜਾਂ ਦਾ ਸਾਹਮਣਾ ਕਰਨਾ ਪਿਆ ਏ। ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਸਰਕਾਰ ਨੇ ਪਿਛਲੇ ਸਾਲ ਉਹਨਾਂ ਨੂੰ ਰਾਹਤ ਮੁਹੱਈਆ ਕਰਾਉਣ ਵਾਸਤੇ ਬਹੁਤ ਸਾਰੇ ਕਦਮ ਚੁੱਕੇ ਸੀ। ਇਸ ਸਾਲ ਵੀ ਸਰਕਾਰ ਨੇ ਮਈ ਅਤੇ ਜੂਨ ਵਿੱਚ ਕਰੀਬ 80 ਕਰੋੜ ਲੋਕਾਂ ਨੂੰ ਅਨਾਜ ਮੁਹੱਈਆ ਕਰਵਾਇਆ। ਹੁਣ ਇਹ ਸਹਾਇਤਾ ਦੀਵਾਲੀ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਵਿਡ ਤੋਂ ਪ੍ਰਭਾਵਿਤ ਕੁਝ ਸਨਅਤਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸਰਕਾਰ ਨੇ ਪਿੱਛੇ ਜਿਹੇ ਹੀ 6,28,000 ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ। ਇਹ ਤੱਥ ਖਾਸ ਰੂਪ ਵਿੱਚ ਸੰਤੋਸ਼ਜਨਕ ਹੈ ਕਿ ਡਾਕਟਰੀ ਸਹੂਲਤਾਂ ਦੇ ਵਿਸਥਾਰ ਲਈ 1 ਸਾਲ ਦੇ ਸਮੇਂ ਵਿੱਚ ਹੀ 23,220 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੀਆਂ ਔਕੜਾਂ ਦੇ ਬਾਵਜੂਦ ਪੇਂਡੂ ਖੇਤਰਾਂ ਵਿੱਚ ਖਾਸ ਕਰਕੇ ਖੇਤੀਬਾੜੀ ਦੇ ਖੇਤਰ ਵਿੱਚ ਵਾਧਾ ਜਾਰੀ ਹੈ। ਹਾਲ ਹੀ ਵਿੱਚ ਕਾਨਪੁਰ ਦਿਹਾਤ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਜੱਦੀ ਪਿੰਡ ਪਰੌਂਖ ਦੀ ਯਾਤਰਾ ਦੌਰਾਨ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਗ੍ਰਾਮੀਣ ਖੇਤਰਾਂ ਦੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਵਾਸਤੇ ਬਿਹਤਰ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ। ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚਾਲੇ ਦੀ ਮਨੋਵਿਗਿਆਨਕ ਦੂਰੀ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋ ਗਈ ਹੈ। ਅਸਲ ਵਿੱਚ ਭਾਰਤ ਪਿੰਡਾਂ ਵਿੱਚ ਹੀ ਵਸਦਾ ਹੈ। ਇਸ ਲਈ ਉਹਨਾਂ ਨੂੰ ਵਿਕਾਸ ਦੇ ਪੈਮਾਨੇ ਤੋਂ ਪਿੱਛੇ ਨਹੀਂ ਰਹਿਣ ਦਿੱਤਾ ਜਾ ਸਕਦਾ। ਇਸ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਮੇਤ
ਸਾਡੇ ਕਿਸਾਨ ਭਰਾਵਾਂ ਭੈਣਾਂ ਵਾਸਤੇ ਖਾਸ ਮੁਹਿੰਮਾਂ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਸਾਰੇ ਯਤਨ ਆਤਮ ਨਿਰਭਰ ਭਾਰਤ ਦੀ ਧਾਰਨਾ ਦੇ ਮੁਤਾਬਕ ਨੇ। ਸਾਡੇ ਅਰਥਚਾਰੇ ਵਿੱਚ ਲਗਾਤਾਰ ਵਿਕਾਸ ਦੀ ਸਮਰੱਥਾ ਦੇ ਪੱਕੇ ਵਿਸ਼ਵਾਸ ਦੇ ਨਾਲ ਸਰਕਾਰ ਨੇ ਰੱਖਿਆ, ਸਿਹਤ, ਸ਼ਹਿਰੀ ਹਵਾਬਾਜ਼ੀ, ਬਿਜਲੀ ਤੇ ਹੋਰਨਾਂ ਖੇਤਰਾਂ ਵਿੱਚ ਨਿਵੇਸ਼ ਨੂੰ ਹੋਰ ਵੀ ਸੁਖਾਲਾ ਬਣਾਇਆ ਹੈ। ਸਰਕਾਰ ਵੱਲੋਂ ਵਾਤਾਵਰਣ ਦੇ ਮੁਤਾਬਕ ਊਰਜਾ ਦੇ ਨਵਿਆਉਣਯੋਗ ਸਰੋਤਾਂ, ਖਾਸ ਕਰਕੇ ਸੌਰ ਊਰਜਾ, ਹੱਲਾਸ਼ੇਰੀ ਦੇਣ ਵਾਸਤੇ ਨਵੀਨ ਯਤਨਾਂ ਦੀ ਵਿਸ਼ਵ ਵਿਆਪੀ ਸ਼ਲਾਘਾ ਹੋ ਰਹੀ ਹੈ। ਜਦ ਈਜ਼ ਆਫ ਡੂਇੰਗ ਬਿਜ਼ਨਸ ਦੀ ਰੈਂਕਿੰਗ ਵਿੱਚ ਸੁਧਾਰ ਹੁੰਦਾ ਹੈ ਤਦ ਉਸ ਦਾ ਸਕਾਰਾਤਮਕ ਅਸਰ ਦੇਸ਼ ਵਾਸੀਆਂ ਦੀ ਈਜ਼ ਆਫ ਲਿਵਿੰਗ ਉੱਪਰ ਵੀ ਪੈਂਦਾ ਹੈ। ਇਸ ਤੋਂ ਇਲਾਵਾ ਜਨ ਕਲਿਆਣ ਦੀਆਂ ਯੋਜਨਾਵਾਂ ਉੱਪਰ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਉਦਾਹਰਣ ਵਜੋਂ 70,000 ਕਰੋੜ ਰੁਪਏ ਦੀ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ਦੀ ਬਦੌਲਤ ਆਪਣਾ ਖੁਦ ਦਾ ਘਰ ਹੋਣ ਦਾ ਸੁਪਨਾ ਵੀ ਹੁਣ ਸਾਕਾਰ ਹੋ ਰਿਹਾ ਹੈ। ਖੇਤੀਬਾੜੀ ਮੰਡੀਕਰਨ ਵਿੱਚ ਕੀਤੇ ਗਏ ਅਨੇਕ ਸੁਧਾਰਾਂ ਨਾਲ ਸਾਡੇ ਅੰਨਦਾਤਾ ਕਿਸਾਨ ਹੋਰ ਵੀ ਮਜ਼ਬੂਤ ਹੋਣਗੇ ਤੇ ਉਹਨਾਂ ਨੂੰ ਆਪਣੇ ਉਤਪਾਦਾਂ ਦੀ ਬਿਹਤਰ ਕੀਮਤ ਹਾਸਲ ਹੋਵੇਗੀ। ਸਰਕਾਰ ਨੇ ਹਰ ਇੱਕ ਦੇਸ਼ਵਾਸੀ ਦੀ ਸਮਰੱਥਾ ਨੂੰ ਵਿਕਸਿਤ ਕਰਨ ਲਈ ਅਨੇਕ ਕਦਮ ਚੁੱਕੇ ਨੇ, ਜਿਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਹੀ ਮੈਂ ਕੀਤਾ ਹੈ। ਪਿਆਰੇ ਦੇਸ਼ਵਾਸੀਓ, ਹੁਣ ਜੰਮੂ ਕਸ਼ਮੀਰ ਵਿੱਚ ਨਵ ਜਾਗਰਣ ਦਿਖਾਈ ਦੇ ਰਿਹਾ ਹੈ। ਸਰਕਾਰ ਨੇ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰੇ ਦਾ ਅਮਲ ਸ਼ੁਰੂ ਕੀਤਾ ਹੈ। ਮੈਂ ਜੰਮੂ ਕਸ਼ਮੀਰ ਦੇ ਨਿਵਾਸੀਆਂ ਤੇ ਖਾਸ ਕਰ ਨੌਜਵਾਨਾਂ ਨੂੰ ਇਸ ਮੌਕੇ ਦਾ ਫਾਇਦਾ ਚੁੱਕਣ ਅਤੇ ਲੋਕਤਾਂਤਰਿਕ ਸੰਸਥਾਵਾਂ ਦੇ ਰਾਹੀਂ ਆਪਣੀਆਂ ਆਸਾਂ ਉਮੰਗਾਂ ਨੂੰ ਸਾਕਾਰ ਕਰਨ ਵਾਸਤੇ ਸਰਗਰਮ ਹੋਣ ਦੀ ਬੇਨਤੀ ਕਰਦਾ ਹਾਂ। ਸਰਬਪੱਖੀ ਵਿਕਾਸ ਦੇ ਅਸਰ ਨਾਲ ਕੌਮਾਂਤਰੀ ਮੰਚਾਂ ਉੱਪਰ ਭਾਰਤ ਦਾ ਕੱਦ ਉੱਚਾ ਹੋ ਰਿਹਾ ਹੈ। ਇਹ ਤਬਦੀਲੀ ਪ੍ਰਮੁੱਖ ਬਹੁਪੱਖੀ ਮੰਚਾਂ ਉੱਪਰ ਸਾਡੀ ਅਸਰਦਾਰ ਭਾਗੀਦਾਰੀ ਤੇ ਅਨੇਕ ਦੇਸ਼ਾਂ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਝਲਕ ਰਹੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, 75 ਸਾਲ ਪਹਿਲਾਂ ਜਦ ਭਾਰਤ ਨੇ ਆਜ਼ਾਦੀ ਹਾਸਲ ਕੀਤੀ ਸੀ, ਉਦੋਂ ਅਨੇਕਾਂ ਲੋਕਾਂ ਨੂੰ ਇਹ ਸ਼ੱਕ ਸੀ ਕਿ ਭਾਰਤ ਵਿੱਚ ਲੋਕਤੰਤਰ ਸਫਲ ਨਹੀਂ ਹੋਵੇਗਾ। ਅਜਿਹੇ ਲੋਕ ਸ਼ਾਇਦ ਇਸ ਤੱਥ ਤੋਂ ਅਣਜਾਣ ਸਨ ਕਿ ਪ੍ਰਾਚੀਨ ਕਾਲ ਤੋਂ ਹੀ ਲੋਕਤੰਤਰ ਦੀਆਂ ਜੜ੍ਹਾਂ ਇਸੇ ਭਾਰਤ ਦੀ ਭੂਮੀ ਵਿੱਚ ਵਧੀਆਂ ਫੁੱਲੀਆਂ ਨੇ। ਆਧੁਨਿਕ ਯੁੱਗ ਵਿੱਚ ਵੀ ਭਾਰਤ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਬਾਲਗਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਵਿੱਚ ਕਈ ਪੱਛਮੀ ਦੇਸ਼ਾਂ ਤੋਂ ਅੱਗੇ ਰਿਹਾ ਹੈ। ਸਾਡੇ ਰਾਸ਼ਟਰ ਨਿਰਮਾਤਾਵਾਂ ਨੇ ਜਨਤਾ ਦੇ ਵਿਵੇਕ ਵਿੱਚ ਆਪਣੀ ਆਸਥਾ ਪ੍ਰਗਟ ਕੀਤੀ ਹੈ ਅਤੇ ਅਸੀਂ ਭਾਰਤ ਦੇ ਲੋਕ ਆਪਣੇ ਦੇਸ਼ ਨੂੰ ਇੱਕ ਸ਼ਕਤੀਸ਼ਾਲੀ ਲੋਕਤੰਤਰ ਬਣਾਉਣ ਵਿੱਚ ਕਾਮਯਾਬ ਰਹੇ ਹਾਂ। ਸਾਡਾ ਲੋਕਤੰਤਰ ਸੰਸਦੀ ਪ੍ਰਣਾਲੀ ਉੱਪਰ ਆਧਾਰਿਤ ਹੈ। ਇਸ ਲਈ ਸੰਸਦ ਸਾਡੇ ਲੋਕਤੰਤਰ ਦਾ ਮੰਦਰ ਹੈ, ਜਿੱਥੇ ਜਨਤਾ ਦੀ ਸੇਵਾ ਵਾਸਤੇ ਮਹੱਤਵਪੂਰਨ ਮੁੱਦਿਆਂ ਉੱਪਰ ਵਾਦ ਵਿਵਾਦ, ਸੰਵਾਦ ਅਤੇ ਫੈਸਲਾ ਲੈਣ ਦਾ ਸਰਵਉੱਚ ਮੰਚ ਸਾਨੂੰ ਉਪਲਬਧ ਹੈ। ਇਹ ਸਾਰੇ ਦੇਸ਼ਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਲੋਕਤੰਤਰ ਦਾ ਇਹ ਮੰਦਰ ਨੇੜਲੇ ਭਵਿੱਖ ਵਿੱਚ ਹੀ ਇੱਕ ਨਵੇਂ ਭਵਨ ਵਿੱਚ ਸਥਾਪਿਤ ਹੋਣ ਜਾ ਰਿਹਾ ਹੈ। ਇਹ ਭਵਨ ਸਾਡੀ ਰੀਤੀ ਅਤੇ ਨੀਤੀ ਨੂੰ ਉਜਾਗਰ ਕਰੇਗਾ। ਇਸ ਵਿੱਚ ਸਾਡੀ ਵਿਰਾਸਤ ਦੇ ਪ੍ਰਤੀ ਸਨਮਾਨ ਦਾ ਭਾਵ ਹੋਵੇਗਾ ਅਤੇ ਨਾਲ ਹੀ ਸਮਕਾਲੀ ਵਿਸ਼ਵ ਦੇ ਨਾਲ ਕਦਮ ਮਿਲਾ ਕੇ ਚੱਲਣ ਦੀ ਕੁਸ਼ਲਤਾ ਦਾ ਪ੍ਰਦਰਸ਼ਨ ਵੀ ਹੋਵੇਗਾ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਉੱਪਰ ਇਸ ਨਵੇਂ ਭਵਨ ਦੇ ਉਦਘਾਟਨ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਵਿਕਾਸ ਯਾਤਰਾ ਵਿੱਚ ਇੱਕ ਇਤਿਹਾਸਕ ਬਿੰਦੂ ਮੰਨਿਆ ਜਾਵੇਗਾ। ਸਰਕਾਰ ਨੇ ਇਸ ਵਿਸ਼ੇਸ਼ ਵਰ੍ਹੇ ਨੂੰ ਯਾਦਗਾਰੀ ਬਣਾਉਣ ਵਾਸਤੇ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ। ਗਗਨਯਾਨ ਮਿਸ਼ਨ ਇਹਨਾਂ ਅਭਿਆਨਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਮਿਸ਼ਨ ਹੇਠ ਭਾਰਤੀ ਹਵਾਈ ਸੈਨਾ ਦੇ ਕੁਝ ਪਾਇਲਟ ਵਿਦੇਸ਼ਾਂ ਵਿੱਚ ਸਿਖਲਾਈ ਹਾਸਲ ਕਰ ਰਹੇ ਨੇ। ਜਦੋਂ ਪੁਲਾੜ ਵਿੱਚ ਉਡਾਣ ਭਰਨਗੇ ਤਦ ਭਾਰਤ ਮਾਨਵ ਯੁਕਤ ਪੁਲਾੜ ਮਿਸ਼ਨ ਨੂੰ ਅੰਜਾਮ ਦੇਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਇਸ ਤਰ੍ਹਾਂ ਸਾਡੀਆਂ ਆਸਾਂ ਉਮੰਗਾਂ ਦੀ ਉਡਾਨ ਕਿਸੇ ਤਰ੍ਹਾਂ ਦੀ ਸੀਮਾ ਵਿੱਚ ਵੱਜਣ ਵਾਲੀ ਨਹੀਂ ਹੈ। ਫਿਰ ਵੀ ਸਾਡੇ ਕਦਮ ਹਕੀਕਤ ਦੀ ਠੋਸ ਜ਼ਮੀਨ ਉੱਪਰ ਟਿਕੇ ਹੋਏ ਨੇ। ਸਾਨੂੰ ਇਹ ਅਹਿਸਾਸ ਹੈ ਕਿ ਆਜ਼ਾਦੀ ਵਾਸਤੇ ਮਰ ਮਿਟਣ ਵਾਲੇ ਆਜ਼ਾਦੀ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਸੀਂ ਹਾਲੇ ਬਹੁਤ ਅੱਗੇ ਜਾਣਾ ਹੈ।
ਉਹ ਸੁਪਨੇ ਸਾਡੇ ਸੰਵਿਧਾਨ ਵਿੱਚ ਨਿਆਂ, ਸੁਤੰਤਰਤਾ, ਬਰਾਬਰੀ ਅਤੇ ਭਾਈਚਾਰੇ ਦੇ ਸਾਰਾਂਸ਼ ਵਾਲੇ ਸ਼ਬਦਾਂ ਰਾਹੀਂ ਸਪਸ਼ਟ ਰੂਪ ਵਿੱਚ ਸ਼ਾਮਲ ਕੀਤੇ ਗਏ ਨੇ। ਗੈਰ ਬਰਾਬਰੀ ਨਾਲ ਭਰੀ ਵਿਸ਼ਵ ਵਿਵਸਥਾ ਵਿੱਚ ਹੋਰ ਜ਼ਿਆਦਾ ਸਮਾਨਤਾ ਵਾਸਤੇ ਅਤੇ ਅਨਿਆਂਪੂਰਨ ਹਾਲਾਤਾਂ ਵਿੱਚ ਹੋਰ ਵਧੇਰੇ ਨਿਆਂ ਵਾਸਤੇ ਮਜ਼ਬੂਤੀ ਨਾਲ ਯਤਨ ਕਰਨ ਦੀ ਲੋੜ ਏ। ਨਿਆਂ ਦਾ ਭਾਵ ਬਹੁਤ ਵਿਆਪਕ ਹੋ ਗਿਆ ਏ, ਜਿਸ ਵਿੱਚ ਆਰਥਿਕ ਅਤੇ ਵਾਤਾਵਰਣ ਨਾਲ ਜੁੜਿਆ ਨਿਆਂ ਵੀ ਸ਼ਾਮਲ ਏ। ਅੱਗੇ ਦੀ ਰਾਹ ਬਹੁਤ ਆਸਾਨ ਨਹੀਂ ਏ। ਸਾਨੂੰ ਕਈ ਗੁੰਝਲਦਾਰ ਅਤੇ ਔਖੇ ਪੜਾਅ ਪਾਰ ਕਰਨੇ ਹੋਣਗੇ, ਪਰ ਸਾਨੂੰ ਸਾਰਿਆਂ ਨੂੰ ਬੇਮਿਸਾਲ ਮਾਰਗਦਰਸ਼ਨ ਉਪਲਬਧ ਏ। ਇਹ ਮਾਰਗਦਰਸ਼ਨ ਵੱਖ-ਵੱਖ ਸਰੋਤਾਂ ਤੋਂ ਸਾਨੂੰ ਮਿਲਦਾ ਏ। ਸਦੀਆਂ ਪਹਿਲਾਂ ਦੇ ਰਿਸ਼ੀਆਂ ਮੁਨੀਆਂ ਨੂੰ ਲੈ ਕੇ ਆਧੁਨਿਕ ਯੁੱਗ ਦੇ ਸੰਤਾਂ ਅਤੇ ਰਾਸ਼ਟਰ ਨਾਇਕਾਂ ਤੱਕ ਸਾਡੇ ਮਾਰਗਦਰਸ਼ਕਾਂ ਦੀ ਬਹੁਤ ਖੁਸ਼ਹਾਲ ਪਰੰਪਰਾ ਦੀ ਤਾਕਤ ਸਾਡੇ ਕੋਲ ਏ। ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਬਲ ਉੱਪਰ ਅਸੀਂ ਮਜ਼ਬੂਤੀ ਨਾਲ ਇੱਕ ਰਾਸ਼ਟਰ ਦੇ ਰੂਪ ਵਿੱਚ ਅੱਗੇ ਵਧ ਰਹੇ ਹਾਂ। ਵਿਰਾਸਤ ਵਿੱਚ ਮਿਲੀ ਸਾਡੇ ਵਡੇਰਿਆਂ ਦੀ ਜੀਵਨ ਦ੍ਰਿਸ਼ਟੀ ਇਸ ਸਦੀ ਵਿੱਚ ਨਾ ਸਿਰਫ ਸਾਡੇ ਲਈ ਬਲਕਿ ਪੂਰੇ ਵਿਸ਼ਵ ਵਾਸਤੇ ਸਹਾਇਕ ਸਿੱਧ ਹੋਵੇਗੀ। ਆਧੁਨਿਕ ਸਨਅਤੀ ਸੱਭਿਅਤਾ ਨੇ ਮਾਨਵ ਜਾਤੀ ਸਾਹਮਣੇ ਗੰਭੀਰ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਨੇ। ਸਮੁੰਦਰਾਂ ਦਾ ਜਲ ਪੱਧਰ ਵੱਧ ਰਿਹਾ ਏ, ਗਲੇਸ਼ੀਅਰ ਪਿਘਲ ਰਹੇ ਨੇ ਤੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਏ। ਇਸ ਤਰ੍ਹਾਂ ਜਲਵਾਯੂ ਪਰਿਵਰਤਨ ਦੀ ਸਮੱਸਿਆ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਏ। ਸਾਡੇ ਲਈ ਮਾਣ ਦੀ ਗੱਲ ਏ ਕਿ ਭਾਰਤ ਨੇ ਨਾ ਸਿਰਫ ਪੈਰਿਸ ਜਲਵਾਯੂ ਸਮਝੌਤੇ ਦਾ ਪਾਲਣ ਕੀਤਾ ਏ, ਬਲਕਿ ਜਲਵਾਯੂ ਦੀ ਰੱਖਿਆ ਵਾਸਤੇ ਤੈਅ ਕੀਤੀ ਗਈ ਵਚਨਬੱਧਤਾ ਨਾਲੋਂ ਵੀ ਵੱਧ ਯੋਗਦਾਨ ਪਾ ਰਿਹਾ ਏ। ਫਿਰ ਵੀ ਮਾਨਵਤਾ ਨੂੰ ਵਿਸ਼ਵ ਪੱਧਰ ਉੱਪਰ ਆਪਣੇ ਤੌਰ ਤਰੀਕੇ ਬਦਲਣ ਦੀ ਸਖਤ ਲੋੜ ਏ। ਇਸ ਲਈ ਭਾਰਤੀ ਗਿਆਨ ਪਰੰਪਰਾ ਵੱਲ ਦੁਨੀਆ ਦਾ ਰੁਝਾਨ ਵੱਧਦਾ ਜਾ ਰਿਹਾ ਏ। ਅਜਿਹੀ ਗਿਆਨ ਪਰੰਪਰਾ ਜੋ ਵੇਦਾਂ ਅਤੇ ਉਪਨਿਸ਼ਦਾਂ ਦੇ ਰਚਨਾਕਾਰਾਂ ਵੱਲੋਂ ਤਿਆਰ ਕੀਤੀ ਗਈ, ਰਾਮਾਇਣ ਤੇ ਮਹਾਭਾਰਤ ਵਿੱਚ ਵਰਣਿਤ ਕੀਤੀ ਗਈ, ਭਗਵਾਨ ਮਹਾਵੀਰ, ਭਗਵਾਨ ਬੁੱਧ ਅਤੇ ਗੁਰੂ ਨਾਨਕ ਦੁਆਰਾ ਪ੍ਰਸਾਰਿਤ ਕੀਤੀ ਗਈ ਅਤੇ ਮਹਾਤਮਾ ਗਾਂਧੀ ਵਰਗੇ ਲੋਕਾਂ ਦੇ ਜੀਵਨ ਵਿੱਚ ਝਲਕਦੀ ਹੈ। ਗਾਂਧੀ ਜੀ ਨੇ ਕਿਹਾ ਸੀ ਕਿ ਕੁਦਰਤ ਦੇ ਮੁਤਾਬਕ ਜਿਉਣ ਦੀ ਕਲਾ ਸਿੱਖਣ ਵਾਸਤੇ ਯਤਨ ਕਰਨਾ ਪੈਂਦਾ ਏ, ਪਰ ਇੱਕ ਵਾਰ ਜਦ ਤੁਸੀਂ ਨਦੀਆਂ ਤੇ ਪਹਾੜਾਂ, ਪਸ਼ੂਆਂ ਤੇ ਪੰਛੀਆਂ ਦੇ ਨਾਲ ਸੰਬੰਧ ਬਣਾ ਲੈਂਦੇ ਹੋ ਤਾਂ ਕੁਦਰਤ ਆਪਣੇ ਭੇਦਾਂ ਨੂੰ ਤੁਹਾਡੇ ਸਾਹਮਣੇ ਪ੍ਰਗਟ ਕਰ ਦਿੰਦੀ ਏ। ਆਓ ਅਸੀਂ ਸੰਕਲਪ ਲਈਏ ਕਿ ਗਾਂਧੀ ਦੇ ਇਸ ਸੰਦੇਸ਼ ਨੂੰ ਆਪਣੇ ਅੰਦਰ ਧਾਰਨ ਕਰਾਂਗੇ ਅਤੇ ਜਿਸ ਭਾਰਤ ਭੂਮੀ ਤੇ ਅਸੀਂ ਰਹਿੰਦੇ ਹਾਂ ਉਸ ਦੇ ਵਾਤਾਵਰਣ ਦੀ ਰਾਖੀ ਲਈ ਤਿਆਗ ਵੀ ਕਰਾਂਗੇ। ਸਾਡੇ ਸੁਤੰਤਰਤਾ ਸੈਨਾਨੀਆਂ ਵਿੱਚ ਦੇਸ਼ ਪ੍ਰੇਮ ਅਤੇ ਤਿਆਗ ਦੀ ਭਾਵਨਾ ਸਭ ਤੋਂ ਉੱਪਰ ਸੀ। ਉਹਨਾਂ ਨੇ ਆਪਣੇ ਹਿੱਤਾਂ ਦੀ ਚਿੰਤਾ ਨਾ ਕਰਦੇ ਹੋਏ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਮੈਂ ਵੇਖਿਆ ਹੈ ਕਿ ਕੋਰੋਨਾ ਦੇ ਸੰਕਟ ਦਾ ਸਾਹਮਣਾ ਕਰਨ ਵਿੱਚ ਵੀ ਲੱਖਾਂ ਲੋਕਾਂ ਨੇ ਆਪਣੀ ਪਰਵਾਹ ਨਾ ਕਰਦੇ ਹੋਏ ਮਨੁੱਖਤਾ ਦੇ ਪ੍ਰਤੀ ਬਿਨਾਂ ਕਿਸੇ ਸਵਾਰਥ ਦੀ ਭਾਵਨਾ ਤੋਂ ਦੂਜਿਆਂ ਦੀ ਸਿਹਤ ਅਤੇ ਪ੍ਰਾਣਾਂ ਦੀ ਰੱਖਿਆ ਲਈ ਭਾਰੀ ਜੋਖਮ ਚੁੱਕੇ ਨੇ। ਅਜਿਹੇ ਸਾਰੇ ਕੋਵਿਡ ਯੋਧਿਆਂ ਦੀ ਮੈਂ ਦਿਲ ਤੋਂ ਸ਼ਲਾਘਾ ਕਰਦਾ ਹਾਂ। ਕਈ ਕੋਵਿਡ ਯੋਧਿਆਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਮੈਂ ਉਹਨਾਂ ਸਾਰਿਆਂ ਦੀ ਯਾਦ ਨੂੰ ਨਮਨ ਕਰਦਾ ਹਾਂ। ਹਾਲ ਹੀ ਵਿੱਚ ਕਾਰਗਿਲ ਵਿਜੈ ਦਿਵਸ ਦੇ ਸਬੰਧ ਵਿੱਚ ਮੈਂ ਲੱਦਾਖ ਵਿਚਲੇ ਕਾਰਗਿਲ ਯੁੱਧ ਸਮਾਰਕ ਦਰਾਸ ਵਿੱਚ ਆਪਣੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਾਣਾ ਚਾਹੁੰਦਾ ਸੀ, ਪਰ ਰਸਤੇ ਵਿੱਚ ਮੌਸਮ ਖਰਾਬ ਹੋ ਜਾਣ ਦੀ ਵਜ੍ਹਾ ਨਾਲ ਮੇਰਾ ਉਸ ਸਮਾਰਕ ਤੱਕ ਜਾਣਾ ਸੰਭਵ ਨਹੀਂ ਹੋ ਸਕਿਆ। ਸੈਨਿਕਾਂ ਦੇ ਸਨਮਾਨ ਵਿੱਚ ਉਸ ਦਿਨ ਮੈਂ ਬਾਰਾਮੂਲਾ ਦੇ ਡੈਗਰ ਵਾਰ ਮੈਮੋਰੀਅਲ ਉੱਪਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਹ ਮੈਮੋਰੀਅਲ ਉਹਨਾਂ ਸਾਰੇ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ ਏ ਜਿਨ੍ਹਾਂ ਨੇ ਆਪਣੇ ਫਰਜ਼ ਦੇ ਰਸਤੇ ਤੇ ਸਭ ਤੋਂ ਉੱਚਾ ਬਲੀਦਾਨ ਦਿੱਤਾ ਏ। ਉਹਨਾਂ ਜਾਂਬਾਜ਼ ਯੋਧਿਆਂ ਦੀ ਵੀਰਤਾ ਅਤੇ ਤਿਆਗ ਦੀ ਸ਼ਲਾਘਾ ਕਰਦੇ ਹੋਏ ਮੈਂ ਵੇਖਿਆ ਕਿ ਉਸ ਯੁੱਧ ਸਮਾਰਕ ਵਿੱਚ ਇੱਕ ਆਦਰਸ਼ ਵਾਕ ਉਕੇਰਿਆ ਗਿਆ ਹੈ, ਮੇਰਾ ਹਰ ਕਾਮ ਦੇਸ਼ ਕੇ ਨਾਮ। ਇਹ ਆਦਰਸ਼ ਵਾਕ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਮੰਤਰ ਦੇ ਰੂਪ ਵਿੱਚ ਆਪਣੇ ਅੰਦਰ ਵਸਾ ਲੈਣਾ ਚਾਹੀਦਾ ਹੈ ਅਤੇ ਰਾਸ਼ਟਰ ਦੇ ਵਿਕਾਸ ਲਈ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ। ਮੈਂ ਚਾਹਾਂਗਾ ਕਿ ਰਾਸ਼ਟਰ ਅਤੇ ਸਮਾਜ ਦੇ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਅਜਿਹੀ ਭਾਵਨਾ ਨਾਲ ਅਸੀਂ ਸਾਰੇ ਦੇਸ਼ ਵਾਸੀ ਭਾਰਤ ਨੂੰ ਪ੍ਰਗਤੀ ਦੇ ਰਾਹ ਉੱਪਰ ਅੱਗੇ ਲਿਜਾਣ ਲਈ ਇਕਜੁੱਟ
ਹੋ ਜਾਈਏ। ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਵਿਸ਼ੇਸ਼ ਰੂਪ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਵੀਰ ਜਵਾਨਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਸਾਡੀ ਆਜ਼ਾਦੀ ਦੀ ਰੱਖਿਆ ਕੀਤੀ ਏ ਤੇ ਲੋੜ ਪੈਣ ਤੇ ਖੁਸ਼ੀ-ਖੁਸ਼ੀ ਬਲੀਦਾਨ ਵੀ ਦਿੱਤਾ ਏ। ਮੈਂ ਸਾਰੇ ਪ੍ਰਵਾਸੀ ਭਾਰਤੀਆਂ ਦੀ ਵੀ ਤਾਰੀਫ ਕਰਦਾ ਹਾਂ। ਉਹਨਾਂ ਨੇ ਜਿਸ ਦੇਸ਼ ਵਿੱਚ ਵੀ ਘਰ ਬਸਾਇਆ ਏ, ਉੱਥੇ ਆਪਣੀ ਮਾਤ ਭੂਮੀ ਦੀ ਤਸਵੀਰ ਨੂੰ ਉਜਵਲ ਬਣਾਈ ਰੱਖਿਆ ਏ। ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਵਧਾਈ ਦਿੰਦਾ ਹਾਂ। ਇਹ ਵਰ੍ਹੇਗੰਢ ਮਨਾਉਂਦੇ ਹੋਏ ਮੇਰਾ ਦਿਲ ਸਹਿਜੇ ਹੀ ਆਜ਼ਾਦੀ ਦੇ ਸ਼ਤਾਬਦੀ ਵਰ੍ਹੇ 2047 ਦੇ ਮਜ਼ਬੂਤ, ਖੁਸ਼ਹਾਲ ਅਤੇ ਸ਼ਾਂਤੀਪੂਰਨ ਭਾਰਤ ਦੀ ਪਰਿਕਲਪਨਾ ਨਾਲ ਭਰਿਆ ਹੋਇਆ ਏ। ਮੈਂ ਇਹ ਮੰਗਲ ਕਾਮਨਾ ਕਰਦਾ ਹਾਂ ਕਿ ਸਾਡੇ ਸਾਰੇ ਦੇਸ਼ਵਾਸੀ ਕੋਵਿਡ ਮਹਾਮਾਰੀ ਦੇ ਪ੍ਰਕੋਪ ਤੋਂ ਮੁਕਤ ਹੋਣ ਅਤੇ ਸੁੱਖ ਅਤੇ ਖੁਸ਼ਹਾਲੀ ਦੇ ਰਸਤੇ ਉੱਪਰ ਅੱਗੇ ਵਧਣ। ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ। ਧੰਨਵਾਦ। ਜੈ ਹਿੰਦ।